Good morning, students. Today I am with daily dose of English subject from class 6 to 8, that is reading comprehension. Reading mean पढ़ना और comprehension mean समझना. कोई भी चीज़ ਆਪਾਂ रीड करके समझ के कुछ questions ਦੇ आंसर देने हैं तो वो ही आज का टॉपिक है. रीड द पैसेज एंड आंसर द फॉलोइंग क्वेश्चनस. ਜਦੋਂ ਵੀ ਆਪਾਂ ਕੋਈ ਪੈਸੇਜ ਪੜ੍ਹਦੇ ਜਾਂ ਟੈਕਸਟ ਬੁੱਕਸ ਪੜ੍ਹਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਆ, ਮੈਂ ਆਪਣੇ ਬੱਚਿਆਂ ਨੂੰ ਵੀ ਦੱਸਦੀ ਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਜਿਹੜੇ ਡਿਫੀਕਲਟ ਵਰਡ ਹੈ ਪੈਸੇਜ ਦੇ ਵਿੱਚ ਉਹ ਪਹਿਲਾਂ ਆਪਣੀ ਨੋਟਬੁੱਕ 'ਤੇ ਨੋਟ ਕਰਕੇ ਉਹਦੇ ਮੀਨਿੰਗਸ ਲਿਖੋ. ਉਸ ਤੋਂ ਬਾਅਦ ਪੈਸੇਜ ਪੜ੍ਹੋ, ਫਿਰ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ ਕਿ ਆਪਾਂ ਕੀ ਪੜ੍ਹਨਾ ਚਾਹੁੰਦੇ ਹਾਂ ਅਤੇ ਉਹਦੇ ਕੁਐਸਚਨਸ ਦੇ ਆਨਸਰ ਵੀ ਆਪਾਂ ਈਜ਼ੀਲੀ ਦੇ ਸਕਦੇ ਹਾਂ. ਇਹਦੇ 'ਚ ਫਸਟ ਇੱਕ ਹੈਗਾ ਆਪਣਾ ਵੌਰਨ ਆਊਟ ਸ਼ਬਦ ਵਰਡ ਹੈ. ਵੌਰਨ ਆਊਟ ਦਾ ਮਤਲਬ ਹੈ ਫਟ ਜਾਣਾ. ਨੈਕਸਟ ਹੈ ਪੈਸਟਰਡ. ਪੈਸਟਰਡ ਦਾ ਮਤਲਬ ਹੁੰਦਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਬਿਨਾਂ ਵਜ੍ਹਾ, ਹੈ ਨਾ, ਉਹਨੂੰ ਕਹਿੰਦੇ ਪੈਸਟਰਡ. ਅੱਗੇ ਆ ਫੈਕਟਰੀ ਵਰਕਰ. ਫੈਕਟਰੀ ਵਰਕਰ ਦਾ ਮਤਲਬ ਹੈ ਜੀ ਕਿਸੇ ਫੈਕਟਰੀ ਵਿੱਚ ਕੰਮ ਕਰਨ ਵਾਲਾ ਆਦਮੀ. ਠੀਕ ਹੈ. ਉਸ ਤੋਂ ਬਾਅਦ ਹੈ ਅਫੋਰਡ. ਅਫੋਰਡ ਦਾ ਮਤਲਬ ਹੈ ਕਿ ਕਿਸੇ ਚੀਜ਼ ਨੂੰ ਲੈਣ ਦੀ ਆਪਣੀ ਸਮਰੱਥਾ ਨਾ ਹੋਣਾ ਜਾਂ ਬਰਦਾਸ਼ਤ ਕਰਨ ਦੀ ਸਮਰੱਥਾ ਨਾ ਹੋਣਾ. ਆਪਾਂ ਕੋਈ ਇੰਨੇ ਪੈਸੇ ਨਾ, ਗਰੀਬ ਹੋਣ ਦੇ ਨਾਤੇ ਕੋਈ ਚੀਜ਼ ਨਹੀਂ ਲੈ ਸਕਦਾ, ਕੋਈ ਅਫੋਰਡ ਨਹੀਂ ਕਰ ਸਕਦਾ, ਉਸਨੂੰ ਕਹਿੰਦੇ ਆ ਅਫੋਰਡ. ਅੱਗੇ ਹੈਗਾ ਜੀ ਵਰਡ ਕੁਆਲਿਟੀ. ਕੁਆਲਿਟੀ ਦਾ ਮਤਲਬ ਕੀ ਹੁੰਦਾ, ਕਿਸੇ ਚੀਜ਼ ਦੀ ਗੁਣਵੱਤਾ ਜਦੋਂ ਆਪਾਂ ਪਰਖਣੀ ਹੈ ਤਾਂ ਉਸਨੂੰ ਕੁਆਲਿਟੀ ਕਹਿੰਦੇ ਆ. ਅੱਗੇ ਗ੍ਰੰਬਲਡ. ਗ੍ਰੰਬਲਡ ਦਾ ਮਤਲਬ ਕੀ ਹੈ ਕਿ ਗ੍ਰੰਬਲਡ ਦਾ ਮਤਲਬ ਹੈ ਜਿਵੇਂ ਕੋਈ ਗੁੱਸੇ ਵਿੱਚ ਬੁੜ ਕਰਦਾ ਹੈ ਨਾ, ਉਸਨੂੰ ਕਹਿ ਦਿੰਦੇ ਆਪਾਂ ਗ੍ਰੰਬਲਡ. ਫਿਰ ਹੈ ਕੰਪਲੇਨ. ਕੰਪਲੇਨ ਕਰਨਾ ਕਿ ਸ਼ਿਕਾਇਤ ਕਰਨਾ ਵੀ ਮੈਨੂੰ ਸ਼ੂਜ਼ ਨਹੀਂ ਲੈ ਕੇ ਦਿੱਤੇ ਜਾਂ ਸਾਡੇ ਵਾਸਤੇ ਆਹ ਨਹੀਂ ਕੀਤਾ, ਇਹਨੂੰ ਕਹਿੰਦੇ ਆ ਕੰਪਲੇਂਟ. ਫਿਰ ਹੈ ਅਨਫੇਅਰ. ਅਨਫੇਅਰ ਦਾ ਮਤਲਬ ਹੈ ਵੀ ਚੰਗਾ ਨਾ ਕਰਨਾ, ਹੈ ਨਾ, ਚੰਗਾ ਨਾ ਹੋਣਾ, ਉਹਨੂੰ ਕਹਿੰਦੇ ਅਨਫੇਅਰ. ਫਿਰ ਹੈ ਇੱਕ ਹੋਰ ਵਰਡ ਹੈ ਹੌਬਲ. ਹੌਬਲ ਜਿਵੇਂ ਕਿਸੇ ਦੇ ਸੱਟ ਲੱਗ ਜਾਣੀ ਆ ਤਾਂ ਉਹ ਸਹੀ ਢੰਗ ਨਾਲ ਅਨਈਵਨ ਚੱਲਦਾ, ਸਹੀ ਢੰਗ ਨਾਲ ਨਹੀਂ ਚੱਲਦਾ, ਉਸਨੇ ਕਹਿੰਦੇ ਆ ਹੌਬਲ. ਕ੍ਰਚਿਸ ਦਾ ਮਤਲਬ ਹੈ ਕਿ ਜਦੋਂ ਕੋਈ ਸਹੀ ਨਹੀਂ ਚੱਲ ਪਾਉਂਦਾ, ਹੈ ਨਾ, ਜਿਵੇਂ ਆਪਾਂ ਇੱਕ ਸਹੀ ਢੰਗ ਨਾਲ ਚੱਲਦੇ ਹਾਂ ਦੋ ਪੈਰਾਂ 'ਤੇ, ਹੈ ਨਾ, ਲੈਗਸ ਨਾਲ, ਅਤੇ ਉਵੇਂ ਉਹ ਜਿਹੜਾ ਇੱਕ ਬੋਏ ਸੀ, ਪੋਰ ਬੋਏ ਸੀ, ਬੈਗਰ ਸੀ, ਉਹ ਨਹੀਂ ਚੱਲ ਸਕਦਾ ਸੀ. ਉਹ ਆਪਣੇ ਚੱਲਣ ਦਾ ਸਹਾਰਾ ਇੱਕ ਲੱਭ, ਜਿਵੇਂ ਵਿਸਾਖੀ ਵੀ ਹੁੰਦੀ ਹੈ, ਕਈ ਲੋਕ ਤੁਸੀਂ ਦੇਖਿਆ ਹੋਣਾ, ਹੈ ਨਾ, ਬਾਹਰ ਜਾਂਦੇ ਹੋਏ ਕਿਤੇ ਵੀ ਜਿਹੜਾ ਨਹੀਂ ਉਹਦੇ ਪੈਰ ਨਹੀਂ, ਅੱਜ ਕੱਲ੍ਹ ਤਾਂ ਵੀਲ ਚੇਅਰ ਆ ਗਈਆਂ, ਬਟ ਜਿਹੜੇ ਗਰੀਬ ਲੋਕ ਆ ਉਹ ਵਿਚਾਰੇ ਵਿਸਾਖੀ ਲੈ ਲੈਂਦੇ ਜਾਂ ਕੁਛ ਇਹੋ ਜਿਹੀ. ਉਹ ਇੱਕ ਹੁੰਦੀ ਆ ਆਪਣੀ ਜਿੱਦਾਂ ਪਹੀਏ ਨਾਲ ਚੱਲਦੀ ਹੁੰਦੀ, ਉਹ ਵੀ ਕਹਿ ਸਕਦੇ ਆ, ਉਹਨੂੰ ਵੀ ਕ੍ਰਚਿਸ ਕਹਿ ਦਿੰਦੇ. ਜੂੜ ਇੱਕ ਤਰ੍ਹਾਂ ਦਾ ਜੂੜ ਕਹਿ ਦਿੰਦੇ ਆ ਵਰਡ ਕ੍ਰਚਿਸ ਦਾ. ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿ ਪੈਸੇਜ ਰੀਡਿੰਗ. There was a young boy named Iqbal Singh whose shoes were a little worn out. ਇੱਕ ਬਹੁਤ ਨੌਜਵਾਨ ਮੁੰਡਾ ਸੀ ਜਿਹਦਾ ਨਾਮ ਇਕਬਾਲ ਸਿੰਘ ਸੀ. ਉਸ ਦੇ ਕੀ ਇਹ ਸ਼ੂਜ਼ ਥੋੜ੍ਹੇ ਜਿਹੇ ਫਟੇ ਹੋਏ ਸੀ. He pestered his father ਸੁਰਿੰਦਰ ਸਿੰਘ. ਸੁਰਿੰਦਰ ਸਿੰਘ ਉਹਦੇ ਫਾਦਰ ਦਾ ਨਾਮ ਸੀ. Every day to buy him a new pair of shoes. ਉਹ ਆਪਣੇ ਪਿਤਾ ਜੀ ਨੂੰ, ਸੁਰਿੰਦਰ ਸਿੰਘ ਨੂੰ, ਰੋਜ਼ ਹੀ ਤੰਗ ਪਰੇਸ਼ਾਨ ਕਰਦਾ ਸੀ ਕਿ ਮੈਨੂੰ ਇੱਕ ਜੋੜਾ ਨਵੇਂ ਸ਼ੂਜ਼, ਨਵੇਂ ਜੁੱਤਿਆਂ ਦਾ ਲੈ ਕੇ ਦਿਓ. His father was a poor factory worker who could not afford new shoes. ਉਸਦਾ ਫਾਦਰ ਕੀ ਸੀ, ਉਹਦਾ ਪਿਤਾ ਜੀ ਕੀ ਸੀ, ਇੱਕ ਫੈਕਟਰੀ 'ਚ ਕੰਮ ਕਰਨ ਵਾਲੇ ਸੀ ਜੋ ਕਿ ਬਹੁਤ ਹੀ ਗਰੀਬ ਸੀ. ਉਹ ਆਪਣੇ ਨਿਊ ਸ਼ੂਜ਼ ਜਾਂ ਨਵੇਂ ਜੋੜਾ ਜਿਹੜੇ ਹੈਗੇ ਸੀਗੇ ਉਹ ਲੈਣ ਦੇ ਅਸਮਰਥ ਸੀ. One day the father worked till
late earned some extra money and bought new shoes for his son. ਇੱਕ ਦਿਨ ਕੀ ਹੋਇਆ, ਜਦੋਂ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਗਿਆ ਉਸਦਾ ਬੇਟਾ ਇਕਬਾਲ ਸਿੰਘ, ਉਸਨੇ ਕੀ ਕੀਤਾ, ਆਪਣੀ ਜੋ ਫੈਕਟਰੀ ਦੇ ਵਿੱਚ ਕੰਮ ਕੀਤਾ, ਲੇਟ ਨਾਈਟ ਤੱਕ ਕੰਮ ਕੀਤਾ ਜਾਂ ਕਾਫੀ ਦੇਰ ਤੱਕ ਕੰਮ ਕੀਤਾ, ਅਤੇ ਕੀ ਕੀਤਾ ਉਹਦੇ ਵਾਸਤੇ ਅਰਨਡ ਕੀ ਹੁੰਦਾ, ਅਰਨ ਦਾ ਮਤਲਬ ਹੈ ਕਿ ਪੈਸੇ ਕਮਾ ਕੇ ਲਿਆਉਂਦੇ, ਐਕਸਟਰਾ ਮਨੀ, ਐਕਸਟਰਾ ਮਤਲਬ ਉਸ ਤੋਂ ਇਲਾਵਾ ਜੋ ਕਮਾਉਂਦਾ ਸੀ ਉਸ ਤੋਂ ਇਲਾਵਾ ਪੈਸੇ ਕਮਾ ਕੇ ਲਿਆਇਆ ਅਤੇ ਆਪਣੇ ਬੇਟੇ ਦੇ ਲਈ ਨਵਾਂ ਜੋੜਾ ਜਿਹੜਾ ਸ਼ੂਜ਼ ਦਾ ਸੀ, ਆਪਣੇ ਜੁੱਤਿਆਂ ਦਾ ਸੀ, ਉਹ ਖਰੀਦ ਕੇ ਲਿਆਇਆ। ਬਟ ਦ ਬॉय ਡਿਡ ਨੋਟ ਲਾਈਕ ਦ ਸ਼ੂਜ਼। ਹੁਣ ਜਿਹੜਾ ਲੜਕਾ ਸੀਗਾ ਉਹਨੂੰ ਇਹ ਪਸੰਦ ਨਹੀਂ ਆਏ, ਹੈ ਨਾ, ਨਵੇਂ ਸ਼ੂਜ਼ ਜਿਹੜੇ ਨਵੇਂ ਜੋੜੇ ਸੀ ਉਹ ਪਸੰਦ ਹੀ ਨਹੀਂ ਆਏ। ਹੀ ਸੈਡ ਦੇ ਵਰ ਓਲਡ ਫੈਸ਼ਨਡ ਐਂਡ ਅ ਪੂਅਰ ਕੁਆਲਿਟੀ। ਉਹਨੇ ਕਿਹਾ ਕਿ ਇਹ ਤਾਂ ਪੁਰਾਣੇ ਰਿਵਾਜ਼ ਦੇ ਆ, ਇਹਦੀ ਕੁਆਲਿਟੀ ਵੀ ਸਹੀ ਨਹੀਂ ਆ, ਇਹਦੀ ਗੁਣਵੱਤਾ ਵੀ ਨਹੀਂ ਸਹੀ ਹੈ ਨਾ। ਅਤੇ ਹੀ grumbled and complained and left home in a bad mood. Bad mood ਮਤਲਬ ਗੰਦੇ ਮੂਡ ਵਿੱਚ, ਖਰਾਬ ਮੂਡ 'ਚ ਹੋ ਗਿਆ। ਉਹਨੇ ਬੁੜ ਕਰਦਾ ਹੋਇਆ ਔਰ ਇਹ ਕੰਪਲੇਨ ਕਰਦਾ ਹੋਇਆ, ਸ਼ਿਕਾਇਤ ਕਰਦਾ ਹੋਇਆ ਉਹ ਆਪਣੇ ਘਰ ਨੂੰ ਮਤਲਬ ਛੱਡ ਗਿਆ, ਘਰੋਂ ਨਿਕਲ ਗਿਆ। As he sat at the bus stop near his house, ਉਹ ਇੱਕ ਆਪਣੇ ਘਰ ਦੇ ਨੇੜੇ ਹੀ ਕੋਈ ਬੱਸ ਅੱਡਾ ਸੀ, ਉੱਥੇ ਬੈਠ ਗਿਆ। He felt God has been very unfair to him by giving him poor parents. ਉਹਨੇ ਇਹ ਮਹਿਸੂਸ ਕੀਤਾ ਕਿ ਪਰਮਾਤਮਾ ਨੇ ਮੈਨੂੰ ਇਹੋ ਜਿਹੇ ਜਿਹੜੇ ਗਰੀਬ ਪੇਰੈਂਟਸ ਦੇ ਕੇ ਜਾਂ ਮਾਤਾ ਪਿਤਾ ਦੇ ਕੇ ਚੰਗਾ ਨਹੀਂ ਕੀਤਾ। ਅਗਲੀ ਲਾਈਨ, ਮੂਵਿੰਗ ਔਨ ਨੈਕਸਟ ਲਾਈਨ, just then he saw a beggar boy slowly hobble by on crutches. ਉਹਨੇ ਦੇਖਿਆ ਇੱਕ ਬਹੁਤ ਹੀ ਗਰੀਬ ਜਿਹੜਾ ਭਿਖਾਰੀ ਲੜਕਾ ਸੀ, ਉਹ ਆਪਣੇ ਉਹਨੂੰ ਚੱਲਿਆ ਵੀ ਨਹੀਂ ਜਾ ਰਿਹਾ ਸੀ, ਜਿਸ ਤੋਂ ਉਹ ਆਪਣੀ ਜੂੜ 'ਤੇ ਜਾਂ ਉਹਦੇ ਆਪਣੀ ਵਿਸਾਖੀਆਂ 'ਤੇ ਹੌਲੀ ਹੌਲੀ ਚੱਲ ਰਿਹਾ ਸੀਗਾ। The boy had no legs. ਲੜਕੇ ਦੀਆਂ ਲੱਤਾਂ ਨਹੀਂ ਸੀ, below the knees, ਉਹਦੀਆਂ ਗੋਡੇ ਤੋਂ ਜਿਹੜੀ ਨੀਚੇ ਉਹਦੀਆਂ ਲੱਤਾਂ ਨਹੀਂ ਸੀ। The young boy was ashamed of his behavior. ਹੁਣ ਉਸ ਲੜਕੇ ਨੂੰ ਆਪਣੇ ਆਪ 'ਤੇ, ਆਪਣੇ ਬਿਹੇਵੀਅਰ 'ਤੇ ਜਾਂ ਆਪਣੇ ਵਰਤਾਵ 'ਤੇ ਬੜੀ ਸ਼ਰਮ ਆਉਣੀ ਆ ਰਹੀ ਸੀਗੀ ਕਿ ਮੈਂ ਆਪਦੇ ਪੇਰੈਂਟਸ ਲਈ ਜਾਂ ਆਪਣੇ ਪੇਰੈਂਟਸ ਨਾਲ ਕੀ ਬਿਹੇਵ ਕੀਤਾ, ਹੈ ਨਾ, ਉਹਨਾਂ ਨਾਲ ਕੀ ਵਰਤਾਵ ਕੀਤਾ। He was complaining about his shoes while this poor beggar boy has no feet. ਫਿਰ ਉਹ ਕਹਿੰਦਾ ਵੀ ਮੈਂ ਕੀ ਕਰ ਰਿਹਾ, ਮੈਂ ਉਹਨਾਂ ਨੂੰ ਸ਼ਿਕਾਇਤ ਕਰ ਰਿਹਾ ਇੱਕ ਸ਼ੂਜ਼ ਦੇ ਵਾਸਤੇ, ਇੱਕ ਜੋੜਿਆਂ ਦੇ ਵਾਸਤੇ, ਕਿ ਜਦੋਂ ਇਸ ਇੱਕ ਗਰੀਬ ਜਿਹੜਾ ਭਿਖਾਰੀ ਆ ਲੜਕਾ, ਉਹਦੇ ਕੋਲ ਤਾਂ ਪੈਰ ਵੀ ਨਹੀਂ। With tear in his eyes, the young boy thanked God for giving him legs and feet to walk with. ਅੱਖਾਂ ਦੇ ਵਿੱਚ ਹੰਝੂ ਲੈ ਕੇ ਉਸ ਲੜਕੇ ਨੇ ਕੀ ਕੀਤਾ, ਉਸ ਲੜਕੇ ਨੇ ਪਰਮਾਤਮਾ ਨੂੰ ਆਪਣੀ ਜਿਹੜੀ ਲੱਤਾਂ ਹੋਣ ਦੇ ਅਤੇ ਪੈਰ ਹੋਣ ਦਾ ਉਹ ਥੈਂਕਸ ਕੀਤਾ, ਧੰਨਵਾਦ ਕੀਤਾ ਕਿ ਤੂੰ ਮੈਨੂੰ ਲੱਤਾਂ ਦਿੱਤੀਆਂ, ਪੈਰ ਦਿੱਤੇ ਚੱਲਣ ਵਾਸਤੇ। He also thanked God for giving him loving parents. ਹੁਣ ਪਹਿਲਾਂ ਦੇਖੋ ਕੰਪਲੇਨ ਕਰ ਰਿਹਾ ਸੀ ਆਪਣੇ ਗੋਡ ਨੂੰ ਕਿ ਮੈਨੂੰ ਇਹੋ ਜਿਹੇ ਗਰੀਬ ਪੇਰੈਂਟਸ ਕਿਉਂ ਦਿੱਤੇ ਹਨ, ਪਰ ਜਦੋਂ ਇਹ ਸਭ ਕੁਝ ਦੇਖਿਆ ਉਹਨੇ, ਉਹ ਨਜ਼ਾਰਾ ਦੇਖਿਆ, ਅਤੇ ਉਹ ਹੁਣ ਕੀ ਕਰ ਰਿਹਾ, ਪਰਮਾਤਮਾ ਨੂੰ ਉਹ ਇੱਕ ਪਿਆਰੇ ਮਾਤਾ ਪਿਤਾ ਦੇਣ ਲਈ ਧੰਨਵਾਦ ਕਰ ਰਿਹਾ। Who cared for his happiness, ਜੋ ਕਿ ਉਹਦੀ ਖੁਸ਼ੀ ਵਾਸਤੇ ਮਤਲਬ ਉਹਦੀ ਪਰਵਾਹ ਕਰਦੇ। ਠੀਕ ਹੈ, ਹੁਣ ਆਪਾਂ ਨੇ ਅਜੇ what was questions ਹੈ ਬੇਟਾ, what was the name of boy। ਹੁਣ ਇੱਥੇ ਮਲਟੀਪਲ ਚੋਇਸ ਹੈ, ABCD ਦਿੱਤਾ ਹੋਇਆ। ਹੁਣ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਉਹ ਭਰੋ ਇਹਦੇ ਵਿੱਚ, ਮੈਂ ਨਹੀਂ ਦੱਸੂੰਗੀ ਹਜੇ, ਮੈਂ ਆਨਸਰ ਤੁਹਾਨੂੰ ਬਾਅਦ 'ਚ ਦੱਸੂੰਗੀ, ਪਹਿਲਾਂ ਤੁਸੀਂ ਖੁਦ ਕਰੋ, ਟਰਾਈ ਕਰੋ। what did the pester his father for, ਵੀ ਉਹ ਆਪਣੇ ਫਾਦਰ ਨੂੰ ਕਿਉਂ ਪਰੇਸ਼ਾਨ ਕਰਦਾ ਸੀ, ਸਕੂਲ ਬੈਗ ਲਈ, ਵਾਟਰ ਬੋਟਲ ਲਈ, ਸਕੂਲ ਯੂਨੀਫਾਰਮ ਜਾਂ ਸ਼ੂਜ਼ ਲਈ। ਹੁਣ ਤੁਸੀਂ ਚੂਜ਼ ਕਰਨਾ ਹੈ, ਟਿਕ ਮਾਰਕ ਕਰੋ।
ਵਟ ਵਾਸ ਹਿਸ ਫਾਦਰ, ਉਹਦੇ ਫਾਦਰ ਕੀ ਹੈ, ਫੈਕਟਰੀ ਵਰਕਰ ਸੀ, ਸਕੂਲ ਟੀਚਰ ਸੀ, ਬੱਸ ਡਰਾਈਵਰ ਸੀ, ਸ਼ਾਪਕੀਪਰ ਸੀ। ਹੁਣ ਜਿਹੜਾ ਰਾਈਟ ਆਨਸਰ ਹੈ, ਜਿਹੜਾ ਤੁਹਾਨੂੰ ਤੁਸੀਂ ਸਮਝੇ ਹੋ ਪੜ੍ਹ ਕੇ, ਉਹ ਤੁਸੀਂ ਇਸ 'ਤੇ ਟਿਕ ਮਾਰਕ ਕਰੋ। ਵਨ ਡੇ ਦ ਫਾਦਰ ਵਰਕ ਟਿਲ ਲੇਟ ਐਂਡ ਡੈਸ਼ ਸਮ ਐਕਸਟਰਾ ਮਨੀ। ਹੁਣ ਦੱਸੋ ਕਿ ਉਹ ਭੀਖ ਮੰਗ ਕੇ ਲਿਆਇਆ ਸੀ, ਚੋਰੀ ਕਰਕੇ ਲਿਆ ਕੇ, ਸਪੈਂਡ ਖਰਚਾ ਕਰਕੇ ਕਿ अर्नड आएगा, बैग आएगा, स्टील आएगा, स्पेंड आएगा। ਹੁਣ ਇਹ 'ਚ ਤੁਸੀਂ ਦੇਖੋ ਬੇਟਾ ਕਿਹੜਾ ਰਾਈਟ ਆਨਸਰ ਆਉਣਾ ਹੈ। ਵਟ ਡਿਡ ਦ ਬॉय ਸੀ ਐਟ ਦ ਬੱਸ ਸਟਾਪ। ਹੁਣ ਉਸਨੇ ਜਿਹੜਾ ਬੈਠਾ ਸੀ ਬੱਸ ਅੱਡੇ 'ਤੇ, ਉਹਨੇ ਕੀ ਦੇਖਿਆ, ਅ ਫਰੈਂਡ, ਅ ਟੀਚਰ, ਅ ਪੁਲਿਸਮੈਨ ਔਰ ਅ ਬੈਗਰ ਬॉय। ਇਹਦੇ ਵਿੱਚ ਤੁਸੀਂ ਹੁਣ ਸਮਝ ਗਏ ਹੋ ਤਾਂ ਰਾਈਟ ਆਨਸਰ ਲਿਖੋ। ਦ ਬੈਗਰ ਬॉय ਹੈਡ ਡੈਸ਼ ਬਿਲੋ ਦ ਨੀਜ਼। ਹੁਣ ਕੀ ਨਹੀਂ ਸੀ, ਉਹਦੀਆਂ ਲੱਤਾਂ ਨਹੀਂ ਸੀਗੀਆਂ, ਨੋ ਲੈਗਸ, ਨੋ ਟੋਜ਼, ਫਿਟ ਟੋਜ਼। ਹੁਣ ਦੇਖੋ ਕਿਹੜਾ ਇਹਦੇ 'ਚ ਆ ਸਕਦਾ ਹੈ। ਦ ਬॉयਜ਼ ਥੈਂਕ ਗॉड ਫॉर ਗਿਵਿੰਗ ਹਿਮ ਡੈਸ਼ ਪੇਰੈਂਟਸ, ਕੇਅਰਿੰਗ, ਓਨੈਸਟ, ਲਵਲੀ, ਹਾਰਡ ਵਰਕਿੰਗ। ਹੁਣ ਕਿਹਦੇ 'ਚ ਕੀ ਆਏਗਾ ਉਹ ਤੁਸੀਂ ਖੁਦ ਬੋਲੋ, ਠੀਕ ਹੈ। ਇਹ ਸੀ ਅੱਜ ਦਾ ਪੈਸੇਜ, ਰੀਡ ਕੰਪਰੀਹੈਂਸ਼ਨ। ਤਾਂ ਹੋ ਗਿਆ, ਤੁਹਾਨੂੰ ਸਮਝ ਆ ਜਾਏਗਾ, ਤੁਸੀਂ ਵਧੀਆ ਇਹਨੂੰ ਇੰਜੋਏ ਕਰੋਗੇ ਔਰ ਕੁਐਸਚਨਸ ਦੇ ਆਨਸਰ ਦੇਵੋਗੇ। ਅਗਲੀ ਵਾਰ ਫਿਰ ਮਿਲਦੇ हैं बेटा। थैंक्स, बाय, गुड लक।